ਸੁਮੇਲ ਪੌਡਕਾਸਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਜਰ ਮੰਗਟ ਵੱਲੋਂ ਅਦਬ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਸੋ ਦੋਸਤੋ, ਅੱਜ ਆਪਾਂ 32ਵੀਂ ਲੜੀ ਪੇਸ਼ ਕਰ ਰਹੇ ਹਾਂ। ਇਸ ਚੈਨਲ ਦੇ ਉੱਪਰ ਜੁੜਨ ਲਈ ਅਤੇ ਆਪਣੇ ਵਿਚਾਰ ਭੇਜਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੋ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ ਤਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅੱਜ ਦੇ ਪ੍ਰੋਗਰਾਮ ਨੂੰ ਆਪਾਂ ਦੋ ਹਿੱਸਿਆਂ ਵਿਚਕਾਰ ਵੰਡਾਂਗੇ। ਸੋ ਪਹਿਲੇ ਹਿੱਸੇ ਦੇ ਵਿੱਚ ਆਪਾਂ ਤੁਹਾਡੇ ਨਾਲ ਇੱਕ ਕਿਤਾਬ ਦੀ ਸਾਂਝ ਪਾਵਾਂਗੇ। ਸੋ ਇਹ ਜੋ ਕਿਤਾਬ ਹੈ, ਇਸ ਨੂੰ ਕੁਲਵੀਰ ਬੁਡੇਸਰੋਂ ਜੀ ਨੇ ਲਿਖਿਆ ਹੈ। ਇਹ ਉਹਨਾਂ ਦਾ ਕਹਾਣੀ ਸੰਗ੍ਰਹਿ ਹੈ ਤੇ ਇਸ ਕਹਾਣੀ ਸੰਗ੍ਰਹਿ ਦੇ ਵਿੱਚ ਜਿਹੜੀਆਂ ਉਹਨਾਂ ਨੇ ਕਹਾਣੀਆਂ ਪੇਸ਼ ਕੀਤੀਆਂ ਨੇ, ਸੋ ਉਹ ਕਮਾਲ ਦੀਆਂ ਕਹਾਣੀਆਂ ਹਨ। ਤੇ ਇਸ ਕਹਾਣੀ ਸੰਗ੍ਰਹਿ ਦਾ ਨਾਮ ਹੈ ਤੁਮ ਕਿਉਂ ਉਦਾਸ ਹੋ। ਸੋ ਇਹ ਕੁਲਵੀਰ ਜੀ ਦਾ ਕਹਾਣੀ ਸੰਗ੍ਰਹਿ RC ਪਬਲਿਸ਼ਰਜ਼ ਨੇ ਛਾਪਿਆ ਹੈ। ਤੋ ਇਸ ਦੇ 121 ਸਫ਼ੇ ਨੇ ਤੇ ਇਸ ਦੇ ਵਿੱਚ 11 ਕਹਾਣੀਆਂ ਨੇ। ਸੋ ਅਸੀਂ ਆਪਣੇ ਚੈਨਲ ਵੱਲੋਂ ਇਸ ਕਿਤਾਬ ਨੂੰ ਤੁਮ ਕਿਉਂ ਉਦਾਸ ਹੋ ਨੂੰ ਜੀ ਆਇਆਂ ਕਹਿੰਦੇ ਹਾਂ ਅਤੇ ਕੁਲਵੀਰ ਬੁਡੇਸਰੋਂ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਦੇ ਹਾਂ। ਸੋ ਦੋਸਤੋ, ਆਪਾਂ ਕੁਲਵੀਰ ਬੁਡੇਸਰੋਂ ਜੀ ਬਾਰੇ ਤੁਹਾਨੂੰ ਥੋੜ੍ਹੀ ਜਿਹੀ ਜਾਣਕਾਰੀ ਦਿੰਦੇ ਹਾਂ। ਸੋ ਇਹ ਪੰਜਾਬੀ ਦੀ ਨਾਮਵਰ ਲੇਖਿਕਾ ਹੈ। ਚੰਗੇ ਮੈਗਜ਼ੀਨਾਂ, ਰਸਾਲਿਆਂ ਦੇ ਵਿੱਚ ਅਕਸਰ ਇਹਨਾਂ ਦੀਆਂ ਰਚਨਾਵਾਂ, ਕਹਾਣੀਆਂ ਛਪਦੀਆਂ ਰਹਿੰਦੀਆਂ ਨੇ। ਸੋ ਅੱਜ ਕੱਲ੍ਹ ਇਹ ਮੁੰਬਈ ਵਿੱਚ ਹਨ। ਸੋ ਇਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਅਤੇ ਬਹੁਤ ਸਾਰੇ ਟੈਲੀਵਿਜ਼ਨ ਸੀਰੀਅਲ, ਬਹੁਤ ਸਾਰੀ ਵੈੱਬ ਸੀਰੀਜ਼ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਹੈ ਅਤੇ ਇੱਕ ਨਾਮਵਰ ਆਰਟਿਸਟ ਨੇ। ਸੋ ਮਸ਼ਹੂਰ ਫਿਲਮਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਹੈ। ਸੋ ਜਿਨ੍ਹਾਂ ਦਾ ਜ਼ਿਕਰ ਆਪਾਂ ਕਿਸੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਕਰਾਂਗੇ, ਲੇਕਿਨ ਅੱਜ ਆਪਾਂ ਉਹਨਾਂ ਦੀ ਕਿਤਾਬ ਬਾਰੇ ਗੱਲ ਕਰਾਂਗੇ। ਸੋ ਕੁਲਵੀਰ ਬੁਡੇਸਰੋਂ ਜੀ ਨੇ ਆਪਣੇ ਕਾਲਜ ਦੇ ਦਿਨਾਂ ਵਿੱਚ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਉਹਨਾਂ ਦਾ ਘਰ ਦਾ ਜਿਹੜਾ ਮਾਹੌਲ ਸੀ ਉਹ ਸਾਹਿਤਕ ਸੀ। ਉਹਨਾਂ ਦੇ ਦਾਦਾ ਜੀ, ਉਹਨਾਂ ਦੇ ਪਿਤਾ ਜੀ ਸਾਰੇ ਸਾਹਿਤਕ ਮੱਸ ਰੱਖਦੇ ਸਨ। ਸੋ ਜਿਸ ਕਰਕੇ ਉਹਨਾਂ ਨੂੰ ਪੜ੍ਹਨ ਦਾ ਸ਼ੌਂਕ ਪਿਆ। ਸੋ ਉਹਨਾਂ ਨੇ ਪੰਜਾਬੀ ਦੇ ਨਾਵਲ, ਕਹਾਣੀਆਂ ਕਾਫੀ ਪੜ੍ਹੀਆਂ ਅਤੇ ਉਹਨਾਂ ਨੇ MA MPhil ਤੱਕ ਦੀ ਜਿਹੜੀ ਵਿੱਦਿਆ ਪ੍ਰਾਪਤ ਕੀਤੀ। ਅਤੇ ਉਸ ਤੋਂ ਬਾਅਦ ਉਹ ਦੂਰਦਰਸ਼ਨ ਜਲੰਧਰ 'ਤੇ ਨੌਕਰੀ ਕਰਨ ਲੱਗ ਗਏ ਜਾਂ ਜੁੜ ਗਏ ਉਸ ਨਾਲ। ਤਾਂ ਉੱਥੇ ਉਹਨਾਂ ਨੇ ਅਸਿਸਟੈਂਟ ਪ੍ਰੋਡਕਸ਼ਨ ਵੱਲੋਂ ਜਿਹੜਾ ਕੰਮ ਸੀ ਉਹ ਕੀਤਾ। ਸੋ ਉਹਨਾਂ ਨੇ 7 ਸਾਲ ਪ੍ਰੋਡਕਸ਼ਨ ਅਸਿਸਟੈਂਟ ਦੀ ਜੋਬ ਹੈ ਜਿਹੜੀ ਉਹ ਉੱਥੇ ਕੀਤੀ ਅਤੇ ਕਾਫੀ ਆਪਣਾ ਨਾਮ ਬਣਾਇਆ। ਤਾਂ ਉਸ ਤੋਂ ਬਾਅਦ ਉਹ ਮੁੰਬਈ ਚਲੇ ਗਏ ਅਤੇ ਮੁੰਬਈ ਦੇ ਵਿੱਚ ਜਾ ਕੇ ਉਹਨਾਂ ਨੇ ਬਹੁਤ ਹੀ ਵਧੀਆ ਜਿਹੜਾ ਕੰਮ ਫਿਲਮਾਂ ਦੇ ਵਿੱਚ, ਸੀਰੀਅਲਾਂ ਦੇ ਵਿੱਚ ਕੀਤਾ ਅਤੇ ਉਹਨਾਂ ਦੀ ਜਿਹੜੀ ਲਾਈਫ ਹੈ, ਜੀਵਨ ਹੈ, ਉਹ ਬਹੁਤ ਰੁਝੇਵਿਆਂ ਭਰਿਆ ਸੀ। ਸੋ ਇਸ ਦੇ ਨਾਲ ਉਹਨਾਂ ਨੇ ਜਿਹੜੀਆਂ ਕਹਾਣੀਆਂ ਲਿਖੀਆਂ, ਇਹਨਾਂ ਲਈ ਪਤਾ ਨਹੀਂ ਕਿਵੇਂ ਵਕਤ ਕੱਢਿਆ ਹੋਵੇਗਾ ਅਤੇ ਕਿਸ ਤਰ੍ਹਾਂ ਵਿਸ਼ੇ ਨੂੰ ਉਹ ਚੁਣਦੇ ਨੇ ਅਤੇ ਕਿਸ ਤਰ੍ਹਾਂ ਸਾਡੇ ਤੱਕ ਪੇਸ਼ ਕਰਦੇ ਨੇ। ਸੋ ਦੋਸਤੋ, ਇਸ ਕਿਤਾਬ ਦੇ ਵਿੱਚ ਤੁਮ ਕਿਉਂ ਉਦਾਸ ਹੋ, ਸਕੂਲ ਟ੍ਰਿਪ, ਫੇਰ, ਮਾਂ ਨੀ, ਭੈਣ ਜੀ, ਮਜਬੂਰੀ, ਨੂੰਹ ਸੱਸ, ਆਕਰੋਸ਼, ਤੂੰ ਵੀ ਖਾ ਲੈ, ਵਕ-ਵਕ ਅਤੇ 2 ਔਰਤਾਂ ਨਾਂ ਦੀਆਂ ਕਹਾਣੀਆਂ ਹਨ। ਸੋ ਇਹਨਾਂ ਕਹਾਣੀਆਂ ਦੇ ਵਿੱਚ ਕੁਲਵੀਰ ਬੁਡੇਸਰੋਂ ਜੀ ਨੇ ਔਰਤ ਦੀ ਜੋ ਮਾਨਸਿਕ ਦਸ਼ਾ ਹੈ ਉਸ ਨੂੰ ਬੜੀ ਗੰਭੀਰਤਾ ਨਾਲ ਪੇਸ਼ ਕੀਤਾ ਹੈ। ਸੋ ਮੈਂ ਇਹਨਾਂ ਕਹਾਣੀਆਂ ਨੂੰ ਪੜ੍ਹਿਆ ਅਤੇ ਮੈਂ ਮਹਿਸੂਸ ਕੀਤਾ ਕਿ ਕੁਲਵੀਰ ਜੀ ਨੂੰ ਮਨੋਵਿਗਿਆਨ ਦੀ ਬਹੁਤ ਹੀ ਸਮਝ ਹੈ। ਸੋ ਖਾਸ ਤੌਰ 'ਤੇ ਇਸ ਜਿਹੜੀ ਕਿਤਾਬ ਦੇ ਵਿਸ਼ੇ ਨੇ ਉਹ ਬੜੇ ਨਿਵੇਕਲੇ ਨੇ। ਇਹ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਨੇ। ਅਸੀਂ ਦੋਸਤੋ ਫਿਲਮਾਂ ਦੇ ਵਿੱਚ ਕਿਰਦਾਰਾਂ ਨੂੰ ਵੇਖਦੇ ਹਾਂ, ਹੱਸਦੇ ਵੇਖਦੇ ਹਾਂ, ਰੋਂਦੇ ਵੇਖਦੇ ਹਾਂ। ਉਹਨਾਂ ਦੀ ਜ਼ਿੰਦਗੀ ਦੀ ਅਸਲੀਅਤ ਕੀ ਹੈ ਇਹ ਅਸੀਂ ਨਹੀਂ ਜਾਣਦੇ। ਪਰਦੇ ਦੇ ਪਿੱਛੇ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ, ਪਰਦੇ ਦੇ ਪਿੱਛੇ ਕਲਾਕਾਰ ਜਿਹੜੀ ਮਾਨਸਿਕਤਾ ਹੰਢਾਉਂਦੇ ਨੇ ਉਹ ਅਸੀਂ ਨਹੀਂ ਜਾਣਦੇ। ਲੇਕਿਨ ਇਹਨਾਂ ਕਹਾਣੀਆਂ ਦੇ ਵਿੱਚ ਉਸ ਮਾਨਸਿਕਤਾ ਨੂੰ ਦਰਸਾਇਆ ਗਿਆ ਹੈ। ਅਤੇ ਦੂਸਰੀ ਗੱਲ, ਇਹਨਾਂ ਕਹਾਣੀਆਂ ਦੇ ਵਿੱਚ ਮਹਾਨਗਰ ਦੀ ਜ਼ਿੰਦਗੀ ਨੂੰ ਵਿਖਾਇਆ ਗਿਆ ਹੈ। ਖਾਸ ਤੌਰ 'ਤੇ ਇੱਕ ਜਿਹੜੀ ਸਿੰਗਲ ਮਦਰ ਹੈ, ਇਕੱਲੀ ਮਾਂ ਹੈ, ਜਿਹੜੀ ਆਪਣੀਆਂ ਬੱਚੀਆਂ ਨੂੰ ਪਾਲ ਰਹੀ ਹੈ ਜਾਂ ਬੱਚਿਆਂ ਨੂੰ ਪਾਲ ਰਹੀ ਹੈ, ਉਸ ਦੀਆਂ ਭਾਵਨਾਵਾਂ ਕੀ ਨੇ, ਉਸ ਦੇ ਨਿੱਕੇ ਨਿੱਕੇ ਸੁਪਨੇ ਕੀ ਨੇ, ਉਹ ਆਰਥਿਕਤਾ ਨਾਲ ਕਿਵੇਂ ਜੂਝਦੀ ਹੈ। ਸੋ ਬੱਚੇ ਜਦੋਂ ਕਿਤੇ ਸਕੂਲ ਦੇ ਟ੍ਰਿਪ 'ਤੇ ਜਾਣਾ ਮੰਗਦੇ ਨੇ ਤਾਂ ਉਸ ਦੇ ਕੋਲ ਉਹਨਾਂ ਨੂੰ ਭੇਜਣ ਲਈ ਕਈ ਵਾਰ ਉਹ ਉਨੇ ਕੁ ਪੈਸੇ ਵੀ ਨਹੀਂ ਹੁੰਦੇ।
ਕਈ ਵਾਰ ਕਿਵੇਂ ਉਹ ਜਿਹੜੇ ਆਪਣੇ ਬੱਚਿਆਂ ਦੇ ਸੁਪਨੇ ਨੇ, ਤਾਂ ਉਹਨਾਂ ਦੀ ਉਹ ਭਾਵੇਂ ਦੁਸ਼ਮਣ ਨਹੀਂ ਹੈ, ਉਹਨਾਂ ਦੀ ਭਾਵੇਂ ਉਹ ਚੰਗੇ ਭਵਿੱਖ ਦੀ ਕਾਮਨਾ ਹਮੇਸ਼ਾ ਕਰਦੀ ਹੈ, ਲੇਕਿਨ ਜਿਹੜੇ ਇਹ ਸੁਪਨੇ ਨੇ ਉਹਨਾਂ ਨੂੰ ਪੂਰੇ ਨਾ ਕਰ ਸਕਣ ਦੀ ਜਿਹੜੀ ਮਜਬੂਰੀ ਹੈ, ਤਾਂ ਉਹਦੇ ਵਿੱਚ ਕਿਵੇਂ ਉਹ ਟੁੱਟਦੀ ਭੱਜਦੀ ਹੈ, ਕਿਵੇਂ ਆਪਣੇ ਆਪ ਨੂੰ ਸਥਿਰ ਰੱਖਦੀ ਹੈ, ਕਿਵੇਂ ਉਹ ਆਪਣੇ ਆਪ ਨੂੰ ਕਮਜ਼ੋਰ ਨਹੀਂ ਪੈਣ ਦਿੰਦੀ। ਤਾਂ ਇਸੇ ਪ੍ਰਕਾਰ ਜਿਹੜੇ ਬੱਚੇ ਹਨ, ਕਿਵੇਂ ਉਹ ਆਪਣੀ ਮਾਂ ਦੇ ਮਾਨਸਿਕ ਬਲ ਨੂੰ ਬਣਾਈ ਰੱਖਦੇ ਨੇ, ਤਾਂ ਕਿਵੇਂ ਉਹਨੂੰ ਹਰ ਗੱਲ ਦੇ ਵਿੱਚ ਹੌਸਲਾ ਦਿੰਦੇ ਨੇ। ਸੋ ਦੋਸਤੋ, ਇਹਨਾਂ ਕਹਾਣੀਆਂ ਦੇ ਵਿੱਚ ਇਹ ਜਿਹੜਾ ਮਨੋਵਿਗਿਆਨ ਹੈ ਤੁਹਾਨੂੰ ਵੇਖਣ ਨੂੰ ਮਿਲੇਗਾ। ਸੋ ਇਸ ਦੇ ਨਾਲ ਨਾਲ ਜਿਹੜਾ ਅੱਜ ਦਾ ਦੌਰ ਹੈ, ਅੱਜ ਦਾ ਜਿਹੜਾ ਮੰਡੀਵਾਦ ਹੈ, ਅੱਜ ਦੀ ਜਿਹੜੀ ਮਨੁੱਖ ਦੀ ਮਾਨਸਿਕਤਾ ਹੈ, ਅੱਜ ਦੇ ਮਨੁੱਖ ਦੇ ਮਨ ਵਿੱਚ ਬੜੇ ਵਸਿਆ ਹੋਇਆ ਜੋ ਲਾਲਚ ਹੈ, ਤਾਂ ਉਸ ਨੂੰ ਬੜੀ ਬਾਖੂਬੀ ਇਹਨਾਂ ਨੇ ਪੇਸ਼ ਕੀਤਾ ਹੈ। ਸੋ ਕਿਵੇਂ ਜਿਹੜੇ ਰਿਸ਼ਤੇ ਨਾਤੇ ਨੇ ਉਹ ਇੱਕ ਦਿਖਾਵੇ ਦੀ ਚੀਜ਼ ਰਹਿ ਗਏ ਨੇ। ਸੋ ਕਿਸ ਤਰ੍ਹਾਂ ਅਸੀਂ ਵਿਆਹਾਂ ਸ਼ਾਦੀਆਂ ਤੇ ਹੋਰ ਘਰ ਲੈਣ ਦੇ ਵਿੱਚ ਜਾਂ ਸਮਾਜਿਕ ਰੁਤਬਾ ਉੱਚਾ ਚੁੱਕਣ ਦੇ ਵਿੱਚ ਦਿਖਾਵਾ ਕਰਦੇ ਹਾਂ, ਕਿਸ ਤਰ੍ਹਾਂ ਅਸੀਂ ਆਪਣੇ ਜਿਹੜੇ ਕਲੋਜ਼ ਭੈਣ ਭਾਈ ਜੀਵਨ ਦੇ ਸੰਘਰਸ਼ ਦੇ ਵਿੱਚ ਲੱਗੇ ਹੁੰਦੇ ਨੇ, ਸੋ ਕਿਸ ਤਰ੍ਹਾਂ ਅਸੀਂ ਉਹਨਾਂ ਦੀ ਜਿਹੜੀ ਕਦੇ ਸਾਰ ਨਹੀਂ ਪੁੱਛਦੇ ਹੈਗੇ, ਪਰੇ ਹਟ ਜਾਂਦੇ ਹਾਂ, ਤੇ ਵਕਤ ਆਉਣ ਤੇ ਅਸੀਂ ਇਹ ਜਤਾਉਂਦੇ ਹਾਂ ਕਿ ਸਾਡਾ ਇਸ ਨਾਲੋਂ ਵੱਧ ਰਿਸ਼ਤਾ ਹੀ ਕੋਈ ਨਹੀਂ। ਸੋ ਇਹਨਾਂ ਕਹਾਣੀਆਂ ਦੇ ਵਿੱਚ ਦੋਸਤੋ ਬੜਾ ਕੁਝ ਤੁਹਾਨੂੰ ਜਾਣਨ ਨੂੰ ਮਿਲੇਗਾ। ਸੋ ਮੈਂ ਇੱਕ ਵਾਰੀ ਫੇਰ ਦੱਸ ਦਵਾਂ ਕਿ ਇਸ ਨੂੰ ਆਰਸੀ ਪਬਲਿਸ਼ਰ ਨੇ ਛਾਪਿਆ ਹੈ। ਕੁਲਵੀਰ ਬਡੇਸਰੋਂ ਜੀ ਦਾ ਨਾਂ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਕਾਫੀ ਹੈ ਪੰਜਾਬੀ ਸਾਹਿਤ ਦੇ ਵਿੱਚ। ਸੋ ਇਸ ਪੁਸਤਕ ਤੋਂ ਇਲਾਵਾ ਕਿ ਮੈਂ ਉਹਨਾਂ ਦੀ ਇੱਕ ਪੁਸਤਕ ਹੋਰ ਪੜ੍ਹੀ ਸੀ, ਤਕਰੀਬਨ ਇਹ 2006 ਦੇ ਵਿੱਚ ਆਈ ਸੀ, ਕਦੋਂ ਆਏਗੀ। ਦੇਖੋ ਮੈਂ ਤੁਹਾਨੂੰ ਪੁਸਤਕ ਦਿਖਾਉਂਦਾ ਹਾਂ। ਸੋ ਇਸ ਦੀਆਂ ਕਹਾਣੀਆਂ ਵੀ ਬੜੀਆਂ ਕਮਾਲ ਦੀਆਂ ਨੇ। ਸੋ ਇਸ ਪੁਸਤਕ ਤੇ ਮੈਂ ਪਰਚਾ ਵੀ ਲਿਖਿਆ ਸੀ, ਸੋ ਉਸ ਦੇ ਵਿੱਚ ਵੀ ਮੈਂ ਇਸ ਦਾ ਜ਼ਿਕਰ ਕੀਤਾ ਸੀ। ਤੋਂ ਉਸ ਤੋਂ ਬਾਅਦ ਕੁਲਵੀਰ ਦੀ ਕਿਤਾਬ ਹੈ ਜਿਹੜੀ ਇਹ ਕਾਫੀ ਅਰਸੇ ਬਾਅਦ ਆਈ ਹੈ, 2006 ਤੋਂ ਬਾਅਦ ਇਹ ਕਿਤਾਬ ਹੁਣ ਆਈ ਹੈ। ਤੋਂ ਵਿਚਕਾਰ ਉਹ ਲਿਖਦੇ ਰਹੇ ਨੇ, ਉਹਨਾਂ ਦੀਆਂ ਹੋਰ ਵੀ ਰਚਨਾਵਾਂ ਨੇ ਤੇ ਜਿਨ੍ਹਾਂ ਬਾਰੇ ਆਪਾਂ ਗੱਲ ਕਰਾਂਗੇ। ਸੋ ਦਾਇਰੇ ਉਹਨਾਂ ਦੇ 2 ਨਾਵਲਟ ਨੇ, ਇੱਕ ਖਤ ਪਾਪਾ ਦੇ ਨਾਂ ਕਹਾਣੀ ਸੰਗ੍ਰਹਿ ਹੈ, ਪਲੀਜ਼ ਮੈਨੂੰ ਪਿਆਰ ਦਿਓ ਇਹ ਵੀ ਕਹਾਣੀ ਸੰਗ੍ਰਹਿ ਹੈ। ਤੋਂ ਉਸ ਤੋਂ ਬਾਅਦ ਇਹ ਕਦੋਂ ਆਏਗੀ ਕਹਾਣੀ ਸੰਗ੍ਰਹਿ ਉਹਨਾਂ ਦਾ ਛਪਿਆ। ਸੋ ਪੀਲੀ ਵੱਤਖ ਬੱਚਿਆਂ ਦੀਆਂ ਕਹਾਣੀਆਂ ਨੇ ਜਿਹੜੀਆਂ ਉਹਨਾਂ ਨੇ ਦੂਸਰੀਆਂ ਭਾਸ਼ਾਵਾਂ ਤੋਂ ਅਨੁਵਾਦ ਕੀਤੀਆਂ ਨੇ। ਬਣ ਕੇ ਗੈਂਡੇ ਕੀ ਕਹਾਣੀ ਇਹ ਵੀ ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਬੱਚਿਆਂ ਬਾਰੇ ਹਨ। ਹੌਕੇ ਦੀ ਭਟਕਣ ਇਹ ਵੀ ਕਹਾਣੀ ਸੰਗ੍ਰਹਿ ਹੈ। ਤੇ ਕਬ ਆਉਗੀ ਹਿੰਦੀ ਵਿੱਚ ਉਹਨਾਂ ਦਾ ਜਿਹੜਾ ਹੈ ਉਹ ਇਸ ਕਿਤਾਬ ਦਾ ਜਿਹੜਾ ਹਿੰਦੀ ਵਿੱਚ ਇਸ ਨੂੰ ਕੀਤਾ ਗਿਆ ਹੈ। ਤਾਂ ਇਹ ਹੈ ਤਾਂ ਜਿਹੜੀ ਹੁਣ ਉਹਨਾਂ ਦੀ ਕਿਤਾਬ ਆਈ ਹੈ ਤੁਮ ਕਿਉਂ ਉਦਾਸ ਹੋ। ਸੋ ਇਹਨਾਂ ਦੀ ਕਾਫੀ ਅਰਸੇ ਬਾਅਦ ਕਿਤਾਬ ਆਈ ਹੈ, ਲੇਕਿਨ ਇਹ ਬਹੁਤ ਹੀ ਵਧੀਆ ਕਿਤਾਬ ਹੈ। ਸੋ ਮੈਂ ਪਾਠਕਾਂ ਨੂੰ ਤੇ ਸਾਡੇ ਦਰਸ਼ਕਾਂ ਨੂੰ ਬੇਨਤੀ ਕਰੂੰਗਾ ਕਿ ਉਹ ਇਸ ਕਿਤਾਬ ਨੂੰ ਜ਼ਰੂਰ ਪੜ੍ਹਨ। ਇਕੱਲੇ ਪੜ੍ਹਨ ਹੀ ਨਾ, ਤਾਂ ਇਸ ਕਿਤਾਬ ਦੇ ਵਿੱਚ ਲੇਖਕਾਂ ਦਾ ਨੰਬਰ ਹੈ, ਉਸਦੀ ਈਮੇਲ ਹੈ, ਤਾਂ ਉਸ ਨੂੰ ਜ਼ਰੂਰ ਸੰਪਰਕ ਕਰਕੇ ਦੱਸਣ ਕਿ ਉਹਨਾਂ ਨੂੰ ਕਹਾਣੀਆਂ ਕਿਸ ਤਰ੍ਹਾਂ ਦੀਆਂ ਲੱਗੀਆਂ। ਤਾਂ ਉਸ ਦੇ ਨਾਲ ਹੀ ਮੈਂ ਸਾਡੇ ਪੰਜਾਬੀ ਦੇ ਜਿਹੜੇ ਆਲੋਚਕ ਨੇ ਜਾਂ ਯੂਨੀਵਰਸਿਟੀਆਂ 'ਚ ਬੈਠੇ ਵਿਦਵਾਨ ਨੇ, ਸੋ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਦੋਂ ਕੋਈ ਨਵੀਂ ਕਿਤਾਬ ਆਉਂਦੀ ਹੈ, ਕਿਸੇ ਵੱਖਰੇ ਨਿਵੇਕਲੇ ਵਿਸ਼ੇ 'ਤੇ ਕਹਾਣੀਆਂ ਲਿਖੀਆਂ ਜਾਂਦੀਆਂ ਨੇ, ਤਾਂ ਉਸ ਦੀ ਗੱਲ ਵੀ ਜ਼ਰੂਰ ਕਰਨ। ਸੋ ਕੁਲਵੀਰ ਜੀ, ਤੁਹਾਨੂੰ ਫੇਰ ਇੱਕ ਵਾਰ ਬਹੁਤ ਬਹੁਤ ਮੁਬਾਰਕਾਂ, ਤੇ ਉਮੀਦ ਕਰਦਾ ਹਾਂ ਕਿ ਤੁਸੀਂ ਇਸੇ ਤਰ੍ਹਾਂ ਲਿਖਦੇ ਰਹੋਗੇ ਤੇ ਆਪਾਂ ਤੁਹਾਡੀਆਂ ਰਚਨਾਵਾਂ ਬਾਰੇ ਜਾਂ ਤੁਹਾਡੀ ਸ਼ਖਸੀਅਤ ਬਾਰੇ ਕਿਸੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਫੇਰ ਗੱਲ ਕਰਾਂਗੇ। ਸੋ ਇਸ ਦੇ ਨਾਲ ਹੀ ਮੈਂ ਉਹਨਾਂ ਸਾਰੇ ਦਰਸ਼ਕਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਸੁਨੇਹੇ ਭੇਜੇ। ਹਰਜੀਤ ਸਿੰਘ ਦਿਓਲ ਸਾਹਿਬ, ਸੁਖਦੇਵ ਸਿੰਘ ਸਮਰਾ ਸਾਹਿਬ, ਬਲਜੀਤ ਸਿੰਘ ਉਟਾਲ ਸਾਹਿਬ, ਜੱਸੀ ਟੋਡਰਪੁਰ, ਤੇ ਇਸੇ ਤਰ੍ਹਾਂ ਕੁਲਵੀਰ ਬੁਆਲ ਸਾਹਿਬ। ਤੋਂ ਬਹੁਤ ਸਾਰੇ ਸਾਡੇ ਦਰਸ਼ਕ ਨੇ ਜਿਨ੍ਹਾਂ ਦੇ ਵਿੱਚੋਂ ਬਲਜੀਤ ਕੌਰ ਦਿੱਲੀ, ਹਰਜੀਤ ਕੌਰ ਭੰਗੂ ਚਮਕੌਰ ਸਾਹਿਬ ਤੋਂ ਸੁਖਦੇਵ ਸਿੰਘ ਸਮਰਾ ਸਾਹਿਬ ਸਾਡੇ ਬਰੈਂਪਟਨ ਤੋਂ, ਇਹ ਸਾਨੂੰ ਅਕਸਰ ਸੰਦੇਸ਼ ਭੇਜਦੇ ਰਹਿੰਦੇ ਨੇ ਤੇ ਪ੍ਰੋਗਰਾਮ ਦੀ ਸਲਾਹਤਾ ਵੀ ਕਰਦੇ ਨੇ ਅਤੇ ਸਾਨੂੰ ਮਾਨਸਿਕ ਤੌਰ 'ਤੇ ਸਹਿਯੋਗ ਵੀ ਦਿੰਦੇ ਨੇ। ਸੋ ਦੋਸਤੋ, ਜੇ ਤੁਸੀਂ ਪ੍ਰੋਗਰਾਮ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰੋ। ਸੋ ਆਓ ਫਿਰ ਤੁਹਾਨੂੰ ਪ੍ਰੋਗਰਾਮ ਦੇ ਦੂਸਰੇ ਭਾਗ ਦੇ ਵਿੱਚ ਆਪਾਂ ਇੱਕ ਯਾਤਰਾ 'ਤੇ ਲੈ ਚੱਲਦੇ ਹਾਂ। ਸੋ ਇਹ ਯਾਤਰਾ ਵਿਕਟੋਰੀਆ ਦੀ ਹੈ। ਤਾਂ ਵਿਕਟੋਰੀਆ ਪਾਰਲੀਮੈਂਟ ਦੇ ਸਾਹਮਣੇ ਅਸੀਂ ਤੁਹਾਨੂੰ ਉੱਥੋਂ ਦਾ ਆਲਾ ਦੁਆਲਾ,
ਉੱਥੋਂ ਦਾ ਇਤਿਹਾਸ, ਉੱਥੋਂ ਦੀਆਂ ਗੱਲਾਂ ਬਾਤਾਂ ਸੁਣਾਉਣ ਜਾ ਰਹੇ ਹਾਂ। ਸੋ ਆਪਾਂ ਜਿਹੜਾ ਸਾਹਿਤਕ ਹਿੱਸਾ ਹੈ ਇਸ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਤੋ ਜਿਹੜੀ ਯਾਤਰਾ ਹੈ, ਟਰੈਵਲ ਹੈ, ਉਸ ਦੇ ਨਾਲ ਤੁਹਾਨੂੰ ਜੋੜਦੇ ਹਾਂ। ਤੋ ਆਓ ਫਿਰ ਆਪਾਂ ਦੇਖਦੇ ਹਾਂ ਵਿਕਟੋਰੀਆ ਤੋਂ ਲਾਈਵ। ਤੋ ਪ੍ਰੋਗਰਾਮ ਨੂੰ ਜਿਹੜਾ ਹੈ ਇਸੇ ਤਰ੍ਹਾਂ ਦੇਖਦੇ ਰਹਿਣਾ। ਸੋ ਇਸ ਦੇਖਣ ਤੋਂ ਬਾਅਦ ਸਾਨੂੰ ਆਪਣੇ ਸੰਦੇਸ਼ ਜ਼ਰੂਰ ਭੇਜਣਾ। ਸੋ ਤੁਸੀਂ ਜਦੋਂ ਪ੍ਰੋਗਰਾਮ ਨਾਲ ਮੈਨੂੰ ਫਿਰ ਦਿਓ ਇੱਥੋਂ ਹੀ ਆ ਗਿਆ। ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀ ਪੌਡਕਾਸਟ ਵਿੱਚ ਮੇਜਰ ਮਾਰਕਟ ਵੱਲੋਂ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਸੋ ਜਿਸ ਤਰ੍ਹਾਂ ਦਰਸ਼ਕੋ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਅਸੀਂ ਤੁਹਾਨੂੰ ਗਾਹੇ ਵਗਾਹੇ ਕੈਨੇਡਾ ਦੇ ਵੱਖੋ ਵੱਖਰੇ ਹਿੱਸਿਆਂ ਵਿੱਚ ਟੂਰ 'ਤੇ ਲੈ ਚੱਲਿਆ ਕਰਾਂਗੇ, ਜਾਂ ਦੁਨੀਆ ਭਰ ਦੀਆਂ ਜਿਹੜੀਆਂ ਦੇਖਣਯੋਗ ਥਾਵਾਂ ਨੇ ਉਹਨਾਂ 'ਤੇ ਲੈ ਚੱਲਿਆ ਕਰਾਂਗੇ, ਅਤੇ ਤੁਹਾਨੂੰ ਘਰ ਬੈਠਿਆਂ ਨੂੰ ਇਹ ਸੈਰ ਕਰਵਾਈ ਜਾਵੇਗੀ ਇਸ ਪੌਡਕਾਸਟ ਦੇ ਰਾਹੀਂ। ਸੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਦੇ ਵਿੱਚ। ਸੋ ਮੇਰੇ ਪਿੱਛੇ ਜਿਹੜੀ ਤੁਸੀਂ ਬਿਲਡਿੰਗ ਵੇਖ ਰਹੇ ਹੋ, ਇਮਾਰਤ ਵੇਖ ਰਹੇ ਹੋ, ਇਹ ਇੱਥੋਂ ਦੀ ਪਾਰਲੀਮੈਂਟ ਦੀ ਇਮਾਰਤ ਹੈ। ਇੱਥੋਂ ਬ੍ਰਿਟਿਸ਼ ਕੋਲੰਬੀਆ ਦੇ ਕਾਨੂੰਨ ਬਣਦੇ ਹਨ। ਇੱਥੇ ਜਿਹੜੇ ਸਾਡੇ ਬਹੁਤ ਸਾਰੇ ਲੋਕ ਸਾਡੀ ਕਮਿਊਨਿਟੀ ਦੇ ਵੀ ਜਿੱਤਦੇ ਹਨ ਅਤੇ ਮੁੜ ਕੇ ਉਹ ਇਸੇ ਇਮਾਰਤ ਦੇ ਵਿੱਚ ਆਉਂਦੇ ਨੇ, ਅਤੇ ਇੱਥੋਂ ਹੀ ਜਿਹੜੇ ਫੈਸਲੇ ਨੇ ਉਹ ਹੁੰਦੇ ਨੇ। ਅਤੇ ਤੁਸੀਂ ਜਾਣਦੇ ਹੋ ਕਿ ਬ੍ਰਿਟਿਸ਼ ਕੋਲੰਬੀਆ ਉਹ ਸੂਬਾ ਹੈ ਜਿੱਥੇ ਸਾਡੇ ਭਾਰਤੀ ਮੂਲ ਦੇ ਲੋਕ ਸਭ ਤੋਂ ਪਹਿਲਾਂ ਆਏ। ਕਾਮਾਗਾਟਾਮਾਰੂ ਜਹਾਜ਼ ਆਇਆ, ਕਾਮਾਗਾਟਾਮਾਰੂ ਇੱਥੇ ਲੱਗਿਆ। ਉਸ ਤੋਂ ਪਹਿਲਾਂ ਜਦੋਂ ਮਹਾਰਾਣੀ ਵਿਕਟੋਰੀਆ ਆਈ ਤਾਂ ਉੱਥੋਂ ਮਹਾਰਾਣੀ ਵਿਕਟੋਰੀਆ ਦੇ ਕਾਫਲੇ ਦੇ ਵਿੱਚ ਕੁਛ ਪੰਜਾਬੀ ਆਏ, ਅਤੇ ਜਿਨ੍ਹਾਂ ਨੇ ਇੱਥੇ ਬਾਰੇ ਦੇਖਿਆ ਅਤੇ ਇੱਥੇ ਬਾਰੇ ਦੇਖ ਕੇ ਅਤੇ ਉਹਨਾਂ ਨੇ ਦੱਸਿਆ ਕਿ ਕੈਨੇਡਾ ਬਹੁਤ ਹੀ ਖੂਬਸੂਰਤ ਦੇਸ਼ ਹੈ ਅਤੇ ਸਾਨੂੰ ਉੱਥੇ ਜਾਣਾ ਚਾਹੀਦਾ ਹੈ। ਸੇ ਦੋਸਤੋ, ਇਹ ਭਾਵੇਂ ਗੱਲ 125 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਹੈ, ਲੇਕਿਨ ਸਾਡੀ ਕਮਿਊਨਿਟੀ ਨੇ ਇੱਥੇ ਆ ਕੇ ਫਿਰ ਬੜੀ ਹੀ ਤਰੱਕੀ ਕੀਤੀ। ਸੋ ਜਿੱਧਰ ਅਸੀਂ ਵੇਖਦੇ ਹਾਂ ਸਾਡੇ ਬਿਜ਼ਨਸ ਨੇ, ਅਤੇ ਜਿੱਧਰ ਅਸੀਂ ਦੇਖਦੇ ਹਾਂ ਚੋਣਾਂ ਦੇ ਵਿੱਚ ਸਾਡੇ ਨੇ ਜਿਹੜੇ ਬੰਦੇ ਉਹ ਜਿੱਤ ਕੇ ਅੱਗੇ ਆਏ ਹੋਏ ਨੇ ਅਤੇ ਇਸ ਪਾਰਲੀਮੈਂਟ ਤੱਕ ਪਹੁੰਚੇ ਨੇ। ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਿਹੜੇ ਦ੍ਰਿਸ਼ ਨੇ ਆਲੇ ਦੁਆਲੇ ਦੇ ਉਹ ਮੈਂ ਦਿਖਾਉਂਦਾ ਹਾਂ ਅਤੇ ਚੰਗੇ ਲੱਗਣਗੇ। ਅਤੇ ਇੱਧਰਲੇ ਪਾਸੇ ਦੇਖੋ ਇਮਾਰਤਾਂ ਹਨ। ਮੇਰੇ ਪਿਛਲੇ ਪਾਸੇ ਜੋ ਹੈ ਉਹ ਇੱਕ ਸਮੁੰਦਰ ਨਾਲ ਜੁੜਿਆ ਹੋਇਆ ਹਿੱਸਾ ਹੈ। ਤੁਹਾਨੂੰ ਪਤਾ ਹੀ ਹੈ ਕਿ ਪੈਸੀਫਿਕ ਓਸ਼ਨ ਦੇ ਕਿਨਾਰੇ ਇਹ ਵਸਿਆ ਹੋਇਆ ਹੈ, ਅਤੇ ਇੱਥੋਂ ਵੈਨਕੂਵਰ ਤੋਂ ਇੱਕ ਫੈਰੀ ਆਉਂਦੀ ਹੈ, ਕਾਫੀ ਵੱਡੀ ਫੈਰੀ ਹੁੰਦੀ ਹੈ, ਜਿਸ ਦੇ ਵਿੱਚ ਬਹੁਤ ਸਾਰੇ ਲੋਕ ਟਰੱਕਾਂ ਬੱਸਾਂ ਸਮੇਤ ਚੜ੍ਹ ਜਾਂਦੇ ਨੇ, ਅਤੇ ਉਹ ਇੱਥੇ ਤੁਹਾਨੂੰ ਦਿਖਾਉਣ ਨੂੰ ਲੈ ਕੇ ਆਉਂਦੀ ਹੈ। ਅਤੇ ਇੱਥੇ ਸਾਡੀ ਕਮਿਊਨਿਟੀ ਦੇ ਲੋਕ ਜਦੋਂ ਵੀ ਕੋਈ ਮਹਿਮਾਨ ਆਉਂਦਾ ਹੈ ਤਾਂ ਉਸ ਨੂੰ ਵਿਕਟੋਰੀਆ ਜ਼ਰੂਰ ਲੈ ਕੇ ਆਉਂਦੇ ਹਨ। ਅਤੇ ਮੇਰੇ ਤੁਸੀਂ ਪਿਛਲੇ ਪਾਸੇ ਵੇਖਦੇ ਹੋ ਅਤੇ ਮੈਂ ਤੁਹਾਨੂੰ ਦਿਖਾਉਂਦਾ ਹਾਂ, ਅਤੇ ਉਹ ਮਹਾਰਾਣੀ ਵਿਕਟੋਰੀਆ ਦਾ ਬੁੱਤ ਹੈ। ਮਹਾਰਾਣੀ ਵਿਕਟੋਰੀਆ ਜੱਦੀ ਜਦੋਂ ਸਿਲਵਰ ਜੁਬਲੀ ਹੋਈ, ਜਦੋਂ ਉਹ ਦੁਨੀਆ ਭਰ ਦੇ ਟੂਰ 'ਤੇ ਨਿਕਲੀ ਜਿੱਥੇ ਜਿੱਥੇ ਬ੍ਰਿਟਿਸ਼ ਰਾਜ ਸੀ, ਅਤੇ ਉਦੋਂ ਸਾਡੇ ਪੰਜਾਬੀ ਪਹਿਲੀ ਵਾਰ ਮਹਾਰਾਣੀ ਵਿਕਟੋਰੀਆ ਦੇ ਨਾਲ ਇਸ ਮੁਲਕ ਦੇ ਵਿੱਚ ਆਏ। ਆਹ ਜਿਹੜਾ ਪਿੱਛੇ ਦਰਖਤ ਤੁਸੀਂ ਦੇਖਦੇ ਹੋ ਬੜਾ ਭਾਰਾ ਦਰਖਤ ਹੈ, ਅਤੇ ਇਹ ਮੇਰਾ ਖਿਆਲ ਹੈ ਕਈ 100 ਸਾਲ, ਸ਼ਾਇਦ ਹੋ ਸਕਦਾ 1000 ਤੋਂ ਵੀ ਵੱਧ ਪੁਰਾਣਾ ਹੋਵੇ। ਅਤੇ ਇਹਦੇ ਜਿਹੜੇ ਤਣੇ ਨੇ ਉਹ ਬਹੁਤ ਹੀ ਪੁਰਾਣੇ ਅਤੇ ਵੱਡੇ ਵੱਡੇ ਤਣੇ ਹਨ, ਅਤੇ ਇਹ ਜਿਹੜੇ ਹਨ ਇੱਕ ਇਤਿਹਾਸ ਨੂੰ ਆਪਣੇ ਵਿੱਚ ਸਮੋਈ ਬੈਠੇ ਨੇ। ਅਤੇ ਆ ਫਿਰ ਤੁਹਾਨੂੰ ਮੈਂ ਦਿਖਾਉਣਾ ਹਾਂ, ਅਤੇ ਆ ਮੇਰੇ ਪਿੱਛੇ ਜਿਹੜਾ ਹੈ ਉਹ ਮਹਾਰਾਣੀ ਵਿਕਟੋਰੀਆ ਦਾ ਬੁੱਤ ਹੈ ਉਹ। ਅਤੇ ਇਹਦਾ ਜਿਹੜਾ ਬੁੱਤ ਸਥਾਪਿਤ ਕੀਤਾ ਗਿਆ ਹੈ ਇੱਥੇ, ਅਤੇ ਉਸ ਨੂੰ ਵੀ ਤਕਰੀਬਨ 100 ਸਾਲ ਤੋਂ ਉੱਪਰ ਸਮਾਂ ਹੋ ਗਿਆ। ਤੋਂ 24 ਸਤੰਬਰ 1919 ਨੂੰ ਅਤੇ ਇਹ ਜਿਹੜਾ ਬੁੱਤ ਹੈ ਅਤੇ ਇੱਥੇ ਸਥਾਪਿਤ ਕੀਤਾ ਗਿਆ ਸੀ। ਅਤੇ ਇੱਧਰਲੇ ਪਾਸੇ ਦੇਖੋ ਕਿੰਨੀਆਂ ਇਮਾਰਤਾਂ ਨੇ, ਕਿੰਨਾ ਖੂਬਸੂਰਤ ਹੈ। ਪਿਛਲੇ ਪਾਸੇ ਆ ਕੈਨੇਡਾ ਦਾ ਝੰਡਾ ਝੁੱਲ ਰਿਹਾ, ਅਤੇ ਸਾਹਮਣੇ ਉਹ ਜਿਹੜੀ ਮੈਂ ਤੁਹਾਨੂੰ ਪਾਰਲੀਮੈਂਟ ਬਿਲਡਿੰਗ ਦਿਖਾਈ ਸੀ, ਇਹ ਉਹਦੇ ਸਾਹਮਣੇ ਬਿਲਕੁਲ ਸਾਹਮਣੇ ਉਹਨਾਂ ਬੱਚਿਆਂ ਦੇ ਜਿਹੜੇ ਸਾਡੇ ਮੂਲ ਨਿਵਾਸੀਆਂ ਦੇ ਬੱਚੇ ਸਨ, ਜਿਨ੍ਹਾਂ ਨੂੰ ਸਕੂਲਾਂ ਦੇ ਵਿੱਚ ਮਾਰ ਕੇ ਦਫਨਾ ਦਿੱਤਾ ਗਿਆ ਸੀ, ਅਤੇ ਜਿਨ੍ਹਾਂ ਦੀਆਂ ਬੇਨਾਮੀਆਂ ਲਾਸ਼ਾਂ ਪਿਛਲੇ ਦਿਨਾਂ ਦੇ ਵਿੱਚ ਕੈਮਲੂਪਸ ਤੋਂ ਅਤੇ ਹੋਰ ਥਾਵਾਂ ਤੋਂ ਸਕੂਲਾਂ ਥੱਲੇ ਦੱਬੀਆਂ ਮਿਲੀਆਂ ਨੇ। ਸੋ ਉਹਨਾਂ ਬੱਚਿਆਂ ਨੂੰ ਸ਼ਰਧਾਂਜਲੀ ਦੇਣ ਲਈ ਤੋਂ ਬਹੁਤ ਸਾਰੇ ਸ਼ੋਅ ਅਤੇ ਬਹੁਤ ਸਾਰੇ ਖਿਡੌਣੇ, ਟੈਡੀ ਬੀਅਰ ਉੱਥੇ ਰੱਖੇ ਗਏ ਹਨ। ਅਤੇ ਇੱਧਰਲੇ ਪਾਸੇ ਜਿਹੜਾ ਤੁਸੀਂ ਦੇਖਦੇ ਹੋ ਆਹ ਪਿਛਲੇ ਪਾਸੇ ਉਹ ਇੱਕ ਟੋਟਮ ਹੈ,
ਮੂਲ ਨਿਵਾਸੀਆਂ ਦਾ ਜਿਹੜਾ ਚਿੰਨ੍ਹ ਹੈ, ਉਹ ਲੋਕ ਜੋ ਸਭ ਤੋਂ ਪਹਿਲਾਂ ਇੱਥੇ ਆਏ ਸੀ ਤੇ ਇੱਥੇ ਹੀ ਉਹ ਵੱਡੀ ਕੰਪਨੀ ਹੈ ਹਡਸਨ ਵੇ ਕੰਪਨੀ, ਜਿਹੜੀ ਫਰ ਦੇ ਵਪਾਰ ਲਈ ਇੱਥੇ ਆਏ ਤੇ ਉਹਨਾਂ ਨੇ ਆਪਣੇ ਲਾਲਚ ਬਸ ਇਹਨਾਂ ਲੋਕਾਂ ਨੂੰ ਇੱਥੋਂ ਖਤਮ ਹੀ ਕਰ ਦਿੱਤਾ, ਤੇ ਤਾਂ ਕਿ ਜਿਹੜਾ ਫਰ ਦਾ ਬਿਜ਼ਨਸ ਹੈ ਉਹ ਵੀ ਤੇ ਹੋਰ ਜਿਹੜਾ ਇਸ ਧਰਤੀ ਨੂੰ ਦੱਬਿਆ ਜਾ ਸਕੇ। ਸੋ ਦੋਸਤੋ, ਮੈਂ ਤੁਹਾਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਾਂ ਵਿਕਟੋਰੀਆ ਦੇ ਵਿੱਚ ਮੈਂ ਜੇ ਕੁਝ ਦਿਨ ਹਾਂ ਤੇ ਤੁਹਾਨੂੰ ਇੱਥੋਂ ਦੀਆਂ ਮੈਂ ਹੋਰ ਵੀ ਝਾਕੀਆਂ ਦਿਖਾਵਾਂਗਾ।